ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਦੇ ਉੱਪਰ ਚੱਲ ਕੇ ਇਹੋ ਜਿਹੇ ਕਾਰਜ ਕੀਤੇ, ਜਿਨ੍ਹਾਂ ਕਾਰਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਤੋਂ ਇਤਿਹਾਸ ਦੇ ਵਿੱਚ ਹੀਰੋ ਬਣਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੇ ਵਿੱਚ ਆ ਕੇ ਵੱਖ-ਵੱਖ ਇਲਾਕਿਆਂ ਨੂੰ ਜਿੱਤਿਆ ਅਤੇ ਜਿਨ੍ਹਾਂ ਨੇ ਆਮ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤੇ ਸਨ, ਜੰਗੀਰਦਾਰ ਸਨ, ਅਮੀਰ ਲੋਕ ਸਨ, ਜਿਨ੍ਹਾਂ ਦੇ ਉੱਪਰ ਹਕੂਮਤ ਦਾ ਹੱਥ ਸੀ, ਇਹੋ ਜਿਹੇ ਇਨਸਾਨਾਂ ਨੂੰ ਸਜ਼ਾਵਾਂ ਦਿੱਤੀਆਂ। ਸੋ ਵੱਖ-ਵੱਖ ਇਲਾਕਿਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਆਪਾਂ ਇਸ ਇਤਿਹਾਸ ਨੂੰ ਵੀ ਵਿਚਾਰਿਆ ਸੀ, ਜਿੱਥੋਂ ਦਾ ਰਹਿਣ ਵਾਲਾ ਵਜੀਦ ਖਾਨ ਹੈ। ਕੁੰਚਪੁਰੇ ਦੇ ਇਲਾਕੇ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤ ਲਿਆ। ਇੱਥੇ ਹੀ ਇੱਕ ਇਲਾਕਾ ਹੈ ਜਿਸ ਦਾ ਨਾਮ ਕਪੂਰੀ ਹੈ। ਕਪੂਰੀ ਦਾ ਰਹਿਣ ਵਾਲਾ ਹੈ ਇੱਕ ਹਾਕਮ ਕੁਤਬਦੀਨ। ਇਹ ਬਹੁਤ ਹੀ ਕਰੂਰ ਬਿਰਤੀ ਦਾ ਮਾਲਕ ਹੈ। ਇਸ ਨੇ ਆਪਣੇ ਇਲਾਕੇ ਦੇ ਵਿੱਚ ਜੋ ਆਮ ਲੋਕ ਹਨ ਉਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਹੋਇਆ ਹੈ। ਉਹਨਾਂ ਦਾ ਧਨ ਦੌਲਤ ਲੁੱਟ ਲੈਣਾ, ਕੀਮਤੀ ਸਮਾਨ ਲੁੱਟ ਲੈਣਾ ਅਤੇ ਇੱਜ਼ਤਾਂ ਨੂੰ ਲੁੱਟ ਲੈਣਾ ਇਸ ਦਾ ਇੱਕ ਆਮ ਸੁਗਲ ਸੀ। ਜੇਕਰ ਵੇਖਿਆ ਜਾਵੇ, ਕੋਈ ਵੀ ਹਾਕਮ ਆਪਣੀ ਪ੍ਰਜਾ ਦੇ ਲਈ ਫੌਜ ਰੱਖਦਾ ਹੈ ਤਾਂ ਕਿ ਮੈਂ ਆਪਣੀ ਪ੍ਰਜਾ ਦੀ ਰਾਖੀ ਕਰ ਸਕਾਂ। ਹਰੇਕ ਹੀ ਹਾਕਮ ਆਪਣੀ ਹੈਸੀਅਤ ਦੇ ਮੁਤਾਬਕ ਪ੍ਰਬੰਧ ਕਰਦਾ ਹੈ ਵੀ ਜਿੰਨਾ ਮੇਰੇ ਅਧੀਨ ਇਲਾਕਾ ਆਉਂਦਾ ਇਸ ਇਲਾਕੇ ਦੀ ਮੈਂ ਹਿਫਾਜ਼ਤ ਕਰ ਸਕਾਂ, ਰੱਖਿਆ ਕਰ ਸਕਾਂ, ਅਤੇ ਇਸ ਦੇ ਲਈ ਉਹ ਫੌਜ ਵੀ ਰੱਖਦਾ। ਪਰ ਇਹ ਕੁਤਬਦੀਨ ਇੰਨੀ ਕਰੂਰ ਬਿਰਤੀ ਦਾ ਮਾਲਕ ਹੈ ਵੀ ਇਸ ਨੇ ਇੱਕ ਫੌਜ ਦੀ ਟੁਕੜੀ ਰੱਖੀ ਹੋਈ ਹੈ
ਤੇ ਉਹ ਫੌਜ ਦੀ ਟੁਕੜੀ ਇਸ ਲਈ ਨਹੀਂ ਰੱਖੀ ਹੋਈ ਵੀ ਜੋ ਇਲਾਕਾ ਮੇਰੇ ਅਧੀਨ ਆਉਂਦਾ ਉਸ ਇਲਾਕੇ ਦੀ ਤੁਸੀਂ ਹਿਫਾਜ਼ਤ ਕਰਨੀ ਹੈ, ਰੱਖਿਆ ਕਰਨੀ ਹੈ, ਸਗੋਂ ਉਹ ਟੁਕੜੀ ਇਸ ਲਈ ਰੱਖੀ ਹੋਈ ਹੈ ਵੀ ਉਹ ਵੱਖ-ਵੱਖ ਨਗਰਾਂ ਦੇ ਵਿੱਚ ਦੌਰਾ ਕਰਦੀ ਹੈ, ਜਾਂਦੀ ਹੈ, ਸਰਵੇ ਕਰਦੀ ਹੈ ਤੇ ਇਸ ਗੱਲ ਦਾ ਪਤਾ ਲਗਾਉਂਦੀ ਹੈ ਵੀ ਕਿਹੜੇ ਇਲਾਕੇ ਦੇ ਵਿੱਚ, ਕਿਹੜੇ ਨਗਰ ਦੇ ਵਿੱਚ ਕਿਸ ਪਰਿਵਾਰ ਦੀ ਲੜਕੀ ਨੌਜਵਾਨ ਹੈ, ਕਿਸ ਪਰਿਵਾਰ ਦੀ ਔਰਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੁੰਦਰ ਹੈ। ਇਹ ਸਰਵਾ ਕਰਨ ਦੇ ਲਈ ਇਸ ਕੁਤਬਦੀਨ ਹਾਕਮ ਨੇ ਸਪੈਸ਼ਲ ਇੱਕ ਟੁਕੜੀ ਰੱਖੀ ਹੋਈ ਹੈ ਫੌਜ ਦੀ। ਤੇ ਜਦੋਂ ਇਸ ਦਾ ਹੁਕਮ ਹੋ ਜਾਂਦਾ ਹੈ ਕੁਤਬਦੀਨ ਦਾ, ਤੇ ਉਹ ਫੌਜ ਉਸ ਔਰਤ ਨੂੰ, ਉਸ ਲੜਕੀ ਨੂੰ, ਜੋ ਧੀ ਨੌਜਵਾਨ ਹੈ, ਉਸ ਨੂੰ ਚੁੱਕ ਕੇ ਲੈ ਆਉਂਦੀ ਹੈ। ਤੇ ਇਹ ਕੁਤਬਦੀਨ ਦਾ ਸੁਗਲ ਹੈ ਵੀ ਇਹ ਜੋ ਆਮ ਪਰਜਾ ਦੇ ਵਿੱਚ ਜਿਹੜੀਆਂ ਔਰਤਾਂ ਦਾ ਰੰਗ ਰੂਪ ਬਹੁਤ ਵਧੀਆ ਹੁੰਦਾ, ਨੌਜਵਾਨ ਨੇ ਉਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦਾ। ਪਤਾ ਹੀ ਨਹੀਂ ਇਸ ਨੇ ਕਿੰਨੀਆਂ ਕੁ ਔਰਤਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਇਸ ਤਰੀਕੇ ਦੇ ਨਾਲ ਬਰਬਾਦ ਕੀਤੀ ਹੋਈ ਹੈ। ਤੇ ਇਸ ਇਲਾਕੇ ਦੇ ਜਿਹੜੇ ਲੋਕ ਹਨ ਉਹ ਇਸ ਤੋਂ ਬਹੁਤ ਜ਼ਿਆਦਾ ਦੁਖੀ ਨੇ, ਕਿਉਂਕਿ ਜਿਹੜਾ ਮਨੁੱਖ ਇੱਜ਼ਤਦਾਰ ਹੁੰਦਾ ਹੈ ਨਾ, ਉਹ ਮਨੁੱਖ ਘੱਟ ਖਾ ਲਵੇਗਾ, ਮਾੜਾ ਪਹਿਨ ਲਵੇਗਾ, ਪਰ ਜੇਕਰ ਕੋਈ ਮਨੁੱਖ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇਗਾ ਤੇ ਇਹ ਇੱਕ ਆਮ ਤੋਂ ਆਮ ਮਨੁੱਖ ਵੀ ਬਰਦਾਸ਼ਤ ਨਹੀਂ ਕਰੇਗਾ। ਹੁਣ ਆਖਰ ਜਿਹੜੇ ਇਸ ਇਲਾਕੇ ਦੇ ਲੋਕ ਹਨ ਉਹ ਇਸ ਹਾਕਮ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ, ਉਨੀ ਤਾਕਤ ਨਹੀਂ ਹੈ, ਲੇਕਿਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਤਾਂ ਕਰ ਸਕਦੇ ਹੈ ਨਾ। ਜਦੋਂ ਕੋਈ ਵੀ ਆਸਰਾ ਮਨੁੱਖ ਨੂੰ ਨਾ ਦਿਸੇ ਤੇ ਮਨੁੱਖ ਦੇ ਕੋਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ, ਜੋਦੜੀ ਕਰਨੀ, ਇਹ ਆਸਰਾ ਤਾਂ ਹੁੰਦਾ ਹੀ ਹੁੰਦਾ ਨਾ। ਕਿਸੇ ਵਿਦਵਾਨ ਨੇ ਬਹੁਤ ਵਧੀਆ ਲਿਖਿਆ ਹੈ, ਉਹ ਵਿਦਵਾਨ ਲਿਖਦਾ, ਗਰੀਬ ਕੋ ਮਤ ਸਤਾ ਉਹ ਰੋ ਦੇਗਾ, ਗਰੀਬ ਕੋ ਮਤ ਸਤਾ ਉਹ रो देगा, ओस के मालिक को पता चल गया वो जड़ से खो देगा। ਉਹ ਵਿਦਵਾਨ ਲਿਖਦਾ ਹੈ ਵੀ ਜੇਕਰ ਕੋਈ ਮਨੁੱਖ ਗਰੀਬ ਹੈ, ਉਹਦੇ ਕੋਲ ਤਾਕਤ ਨਹੀਂ ਹੈ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਹੁਣ ਉਸ ਨੂੰ ਸਤਾਇਆ ਜਾਵੇ, ਉਸ 'ਤੇ ਜ਼ੁਲਮ ਢਾਇਆ ਜਾਵੇ। ਜੇਕਰ ਗਰੀਬ ਮਨੁੱਖ ਦੇ ਉੱਪਰ ਜ਼ੁਲਮ ਢਾਇਆ ਜਾ ਰਿਹਾ ਹੈ ਤੇ ਗਰੀਬ ਦੀ ਅੱਖ ਦੇ ਵਿੱਚ ਅੱਥਰੂ ਆ ਗਏ ਤੇ ਉਸਨੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਦੁਆ ਕਰ ਦਿੱਤੀ, ਤੇ ਅਕਾਲ ਪੁਰਖ ਵਾਹਿਗੁਰੂ ਤਾਂ ਹੈ ਹੀ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ। ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਹੈ ਤੇ ਉਹ ਗਰੀਬ ਦੀ ਜੋਦੜੀ ਨੂੰ ਸਵੀਕਾਰ ਕਰੇਗਾ। ਤੇ ਜੇਕਰ ਅਕਾਲ ਪੁਰਖ ਵਾਹਿਗੁਰੂ ਨੇ ਗਰੀਬ ਦੇ ਅੱਖ ਦੇ ਹੰਝੂ ਵੇਖ ਕੇ, ਉਸ ਦੇ ਮਨ ਦੀ ਭਾਵਨਾ ਵੇਖ ਕੇ ਅਰਦਾਸ ਕਬੂਲ ਕਰ ਲਈ, ਫਿਰ ਵੱਡੀ ਤੋਂ ਵੱਡੀ ਤਾਕਤ ਵੀ ਖਾਤਮ ਹੁੰਦਿਆਂ ਦੇਰੀ ਨਹੀਂ ਲੱਗਦੀ। ਇੱਕ ਗਰੀਬ ਦੀ ਅੱਖ ਦੇ ਵਿੱਚੋਂ ਜੋ ਅਥਰੂ ਡਿੱਗ ਰਿਹਾ ਧਰਤੀ ਦੇ ਉੱਪਰ, ਉਹ ਕਿਸੇ ਹੀਰੇ ਜਵਾਹਰਾਤ ਦੀ ਕੀਮਤ ਤੋਂ ਘੱਟ ਨਹੀਂ ਹੈ, ਉਹ ਜ਼ਿਆਦਾ ਅਹਿਮੀਅਤ ਰੱਖਦਾ ਹੈ। ਹੁਣ ਇਸ ਇਲਾਕੇ ਦੇ ਲੋਕ ਹੈ ਜਿਹੜੇ, ਉਹ ਗਰੀਬ ਹੈ, ਮੁਕਾਬਲਾ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਜ਼ੁਲਮ ਦੇ ਸਤਾਏ ਹੋਏ ਹੈ। ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਤਾਂ ਅਰਦਾਸ ਬੇਨਤੀ ਕਰਦੇ ਹੀ ਹੋਣਗੇ ਨਾ। ਹੁਣ ਜਦੋਂ ਇਸ ਇਲਾਕੇ ਦੇ ਬੰਦਿਆਂ ਨੂੰ ਇਹ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਨਿਮਾਣਾ ਜਾਂ ਸਿੱਖ ਬੰਦਾ ਸਿੰਘ ਬਹਾਦਰ ਇਸ ਇਲਾਕੇ ਦੇ ਵਿੱਚ ਆਇਆ ਹੋਇਆ ਤੇ ਉਸ ਨੇ ਵੱਖ-ਵੱਖ ਇਲਾਕਿਆਂ ਨੂੰ ਜਿੱਤਿਆ,
ਇਸ ਇਲਾਕੇ ਦੇ ਲੋਕ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਮਿਲੇ ਤੇ ਉਹਨਾਂ ਨੇ ਜਾ ਕੇ ਸਾਰੀ ਵਿਥਿਆ ਸੁਣਾਈ ਵੀ ਅਸੀਂ ਤਾਂ ਬਹੁਤ ਲੰਬੇਰੇ ਸਮੇਂ ਤੋਂ ਇਸ ਤਰ੍ਹਾਂ ਦੇ ਜ਼ੁਲਮ ਦੇ ਸ਼ਿਕਾਰ ਹਾਂ, ਮਰ ਮਰ ਕੇ ਆਪਣਾ ਜੀਵਨ ਹੈ ਜਿਹੜਾ ਡਰ ਡਰ ਕੇ ਜਿਉਂ ਰਹੇ ਹਾਂ, ਤੇ ਤੁਸੀਂ ਸਾਡੀ ਮਦਦ ਕਰੋ। ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਇਹ ਹੁਕਮ ਦਿੱਤਾ ਵੀ ਜਿੱਥੇ ਅਸੀਂ ਜਿਹੜੇ ਹਾਕਮ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸ਼ਹੀਦ ਕੀਤੇ ਹੈ ਜਾਂ ਗੁਰਸਿੱਖ ਸ਼ਹੀਦ ਕੀਤੇ ਹਨ, ਉਹਨਾਂ ਨੂੰ ਸਜ਼ਾਵਾਂ ਦੇਣੀ ਹੈ। ਉੱਥੇ ਨਾਲ ਜਿਹੜੇ ਇਹੋ ਜਿਹੇ ਹਾਕਮ ਵੀ ਹਨ ਨਾ ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਗਈ ਹੈ, ਜੋ ਆਮ ਲੋਕਾਂ ਤੇ ਜ਼ੁਲਮ ਢਾਉਂਦੇ ਹਨ, ਉਹਨਾਂ ਨੂੰ ਵੀ ਸਜ਼ਾਵਾਂ ਦੇਣੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਸਿੱਖ ਫੌਜ ਦੇ ਨਾਲ ਕਪੂਰੀ ਦੇ ਉੱਪਰ ਹਮਲਾ ਕਰ ਦਿੱਤਾ। ਕਪੂਰੀ ਦਾ ਰਹਿਣ ਵਾਲਾ ਸੀ। ਕਪੂਰੀ ਦੇ ਉੱਪਰ ਜਦੋਂ ਹਮਲਾ ਕੀਤਾ, ਥੋੜਾ ਜਿਹਾ ਸਮਾਂ ਤਾਂ ਇਸ ਨੇ ਮੁਕਾਬਲਾ ਕੀਤਾ, ਲੇਕਿਨ ਜਿਹੜੇ ਵਿਕਾਰੀ ਲੋਕ ਹੁੰਦੇ ਆ ਨਾ, ਵਿਕਾਰ ਭੋਗਦੇ ਆ ਜੀਵਨ ਦੇ ਵਿੱਚ ਕੋਈ ਸੱਚ ਨਾਮ ਦੀ ਚੀਜ਼ ਨਹੀਂ ਹੁੰਦੀ। ਵਿਕਾਰੀ ਬਿਰਤੀ ਦਾ ਮਨੁੱਖ ਇੱਕ ਧਰਮੀ ਮਨੁੱਖ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ। ਕੁਝ ਕੁ ਸਮਾਂ ਇਸ ਨੇ ਹਮਲਾ ਕੀਤਾ, ਮੁਕਾਬਲਾ ਕੀਤਾ, ਲੇਕਿਨ ਆਖਰ ਇਹ ਡਰ ਕੇ ਇਸ ਨੇ ਆਪਣੇ ਆਪ ਨੂੰ ਆਪਣੀ ਹਵੇਲੀ ਦੇ ਵਿੱਚ ਬੰਦ ਕਰ ਲਿਆ। ਆਪਣੀ ਹਵੇਲੀ ਦੇ ਵਿੱਚ ਬੰਦ ਕਰ ਲਿਆ। ਬੰਦਾ ਸਿੰਘ ਬਹਾਦਰ ਨੇ ਇਸ ਨੂੰ ਲਲਕਾਰ ਕੇ ਕਹਿਆ ਵੀ ਤੂੰ ਹਵੇਲੀ ਤੋਂ ਬਾਹਰ ਆ ਜਾ, ਬੈਠ ਕੇ ਗੱਲਬਾਤ ਹੋਵੇਗੀ, ਵਿਚਾਰ ਚਰਚਾ ਹੋਵੇਗੀ, ਫੇਰ ਸੋਚਿਆ ਜਾਵੇਗਾ ਵੀ ਤੈਨੂੰ ਕਿਸ ਤਰ੍ਹਾਂ ਦੀ ਸਜ਼ਾ ਦੇਣੀ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਹਵੇਲੀ ਦੇ ਵਿੱਚ ਬੰਦ ਕਰਕੇ ਨਾ ਬੈਠ। ਹੁਣ ਬੰਦਾ ਸਿੰਘ ਬਹਾਦਰ ਨੇ ਤਕਰੀਬਨ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ 6-7 ਵਾਰੀ ਆਵਾਜ਼ ਦੇ ਕੇ ਇਸ ਗੱਲ ਨੂੰ ਦੁਹਰਾਇਆ ਵੀ ਆਪਣੀ ਹਵੇਲੀ ਤੋਂ ਬਾਹਰ ਆ। ਲੇਕਿਨ ਜਿਹੜੇ ਕੁਤਬਦੀਨ ਨੇ ਜ਼ਿੰਦਗੀ ਦੇ ਵਿੱਚ ਪਾਪ ਕਮਾਏ ਹੋਏ ਹੈ ਨਾ, ਉਹ ਪਾਪ ਹੈ ਜਿਹੜੇ ਉਸ ਨੂੰ ਹਵੇਲੀ ਤੋਂ ਬਾਹਰ ਨਹੀਂ ਆਉਣ ਦੇ ਰਹੇ। ਉਹ ਪਾਪ ਡਰਾ ਰਹੇ ਆ ਵੀ ਜੇ ਬਾਹਰ ਚਲਿਆ ਗਿਆ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਕਿਉਂਕਿ ਪਾਪ ਹੀ ਇਸੇ ਤਰ੍ਹਾਂ ਦੇ ਕਮਾਏ ਆ ਨਾ ਜ਼ਿੰਦਗੀ ਦੇ ਵਿੱਚ। ਬੰਦਾ ਸਿੰਘ ਬਹਾਦਰ ਕਹਿ ਰਹੇ ਹੈ ਵੀ ਜੋ ਤੂੰ ਗੁਨਾਹ ਕੀਤੇ ਆ ਉਹਨਾਂ ਤੇ ਵਿਚਾਰ ਹੋਵੇਗੀ, ਫੇਰ ਸੋਚਿਆ ਜਾਵੇਗਾ ਵੀ ਸਜ਼ਾ ਕਿਸ ਤਰ੍ਹਾਂ ਦੀ ਦੇਣੀ ਹੈ। ਪਰ ਅੰਦਰ ਦੇ ਪਾਪ ਇਹ ਕਹਿ ਰਹੇ ਆ ਵੀ ਸਜ਼ਾ ਮੌਤ ਦੀ ਹੀ ਹੋਣੀ ਹੈ, ਕਿਉਂਕਿ ਗੁਨਾਹ ਹੀ ਐਸੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਆਵਾਜ਼ ਦੇ ਰਿਹਾ ਵੀ ਬਾਹਰ ਆ ਜਾ, ਪਰ ਕੁਤਬਦੀਨ ਦੇ ਜਿਹੜੇ ਪਾਪ ਨੇ ਨਾ, ਉਹ ਕੁਤਬਦੀਨ ਨੂੰ ਰੋਕ ਰਹੇ ਆ ਵੀ ਬਾਹਰ ਨਾ ਜਾ। ਆਖਰ ਜਦੋਂ ਬਾਹਰ ਨਹੀਂ ਗਿਆ, ਬੰਦਾ ਸਿੰਘ ਬਹਾਦਰ ਦੇ ਹੁਕਮ ਤੇ ਹਵੇਲੀ ਨੂੰ ਅੱਗ ਲਾ ਦਿੱਤੀ ਗਈ। ਹਵੇਲੀ ਅੱਗ ਦੀਆਂ ਲਪੇਟਾਂ ਦੇ ਅੱਗ ਲਾ ਦਿੱਤੀ ਗਈ ਤੇ ਇਹ ਹਵੇਲੀ ਦੇ ਵਿੱਚ ਹੀ ਸੜ ਵਲ ਕੇ ਮਰ ਗਿਆ। ਤੇ ਇਸਲਾਮ ਮਤ ਦੇ ਵਿੱਚ ਨਾ ਜਦੋਂ ਕੋਈ ਮੁਸਲਮਾਨ ਵੀਰ ਅੱਗ ਦੀ ਲਪੇਟ ਦੇ ਵਿੱਚ ਸੜ ਕੇ ਮਰ ਜਾਂਦਾ, ਉਸ ਨੂੰ ਕੋਈ ਬਹੁਤਾ ਚੰਗਾ ਨਹੀਂ ਗਿਣਿਆ ਜਾਂਦਾ, ਉਸ ਨੂੰ ਨਾਪਾਕ ਗਿਣਿਆ ਜਾਂਦਾ। ਕਿਉਂਕਿ ਇਸਲਾਮ ਮਤ ਦੇ ਵਿੱਚ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਨਾ, ਉਸ ਨੂੰ ਦਫਨਾਇਆ ਜਾਂਦਾ, ਤੇ ਜਿਸ ਦਾ ਸੰਸਕਾਰ ਕਰ ਦਿੱਤਾ ਜਾਵੇ ਜਾਂ ਜਿਉਂਦੇ ਜੀ ਹੀ ਅੱਗ ਦੇ ਵਿੱਚ ਸੜ ਵਲ ਕੇ ਮਰ ਜਾਵੇ, ਉਸ ਨੂੰ ਨਾਪਾਕ ਕਹਿਆ ਜਾਂਦਾ, ਬਹੁਤਾ ਕੋਈ ਚੰਗਾ ਨਹੀਂ ਸਮਝਿਆ ਜਾਂਦਾ। ਆਖਰ ਇਸ ਤਰੀਕੇ ਦੇ ਨਾਲ ਕੁਤਬਦੀਨ ਦਾ ਅੰਤ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨਾਂਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ ਹੈ 1 ਮਹੀਨਾ, ਉਸ ਸਮੇਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਬੰਦਾ ਸਿੰਘ ਬਹਾਦਰ ਨੂੰ ਸਮਝਾਇਆ ਗਿਆ ਕਿ ਕਿਹੜੇ ਜ਼ਾਲਮਾਂ ਨੂੰ ਸੋਧਣਾ ਹੈਗਾ, ਜਾ ਕੇ ਕਿਹਨਾਂ ਨੂੰ ਖਤਮ ਕਰਨਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਪੈਸ਼ਲ ਇਹ ਗੱਲ ਕਹੀ ਹੋਈ ਹੈ ਬੰਦਾ ਸਿੰਘ ਬਹਾਦਰ ਨੂੰ
ਵੀ ਸਢੌਰੇ ਦੀ ਧਰਤੀ ਤੇ ਇੱਕ ਉਸਮਾਨ ਖਾਨ ਨਾਮ ਦਾ ਜਰਨੈਲ ਰਹਿੰਦਾ ਹੈ, ਜਿਸ ਨੇ ਸਾਡੇ ਮਿੱਤਰ ਨੂੰ ਬਹੁਤ ਹੀ ਜ਼ਿਆਦਾ ਤਸੀਹੇ ਦੇ ਕੇ ਖਤਮ ਕੀਤਾ ਸੀ। ਉਸ ਬੰਦੇ ਨੂੰ ਛੱਡਣਾ ਕੋਈ ਨਹੀਂ। ਉਸਮਾਨ ਖਾਨ ਨੇ ਹੀ ਪੀਰ ਬੁੱਧੂ ਸ਼ਾਹ ਨੂੰ ਖਤਮ ਕੀਤਾ ਸੀਗਾ ਤਸੀਹੇ ਦੇ ਕੇ। ਇਹ ਪੀਰ ਬੁੱਧੂ ਸ਼ਾਹ ਕੌਣ ਹੈ, ਇਸ ਦੇ ਪਿਛੋਕੜ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰ ਲੈਂਦੇ ਹਾਂ। ਆਪਣੇ ਜੀਵਨ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਇੱਕ ਵਾਰੀ ਪਾਉਂਟਾ ਸਾਹਿਬ ਵਿਖੇ ਗਏ, ਤੇ ਪੀਰ ਬੁੱਧੂ ਸ਼ਾਹ ਹੈ ਉਸ ਇਲਾਕੇ ਦੇ ਵਿੱਚ ਵਿਚਰ ਰਿਹਾ ਸੀ ਆਪਣੇ ਚੇਲਿਆਂ ਦੇ ਨਾਲ, ਤੇ ਇਸ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਦੇ ਵਿੱਚ ਆਏ ਹੋਏ ਹੈ ਪਾਉਂਟਾ ਸਾਹਿਬ ਵਿਖੇ। ਇਹਨੇ ਸੋਚਿਆ ਵੀ ਚਲੋ ਦਰਸ਼ਨ ਕਰ ਚੱਲਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਚੱਲਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਭਾ ਸੁਣੀ ਸੀ ਗੁਰੂ ਘਰ ਦੀ। ਹੈ ਇਹ ਮੁਸਲਮਾਨ ਵੀਰ ਪੀਰ ਬੁੱਧੂ ਸ਼ਾਹ, ਇਸਲਾਮ ਮਤ ਨੂੰ ਮੰਨਣ ਵਾਲਾ। ਜਦੋਂ ਇਹ ਪਾਉਂਟਾ ਸਾਹਿਬ ਵਿਖੇ ਗਿਆ ਨਾ, ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ ਹੋਇਆ, ਇਹ ਦੀਵਾਨ ਦੇ ਵਿੱਚ ਗਿਆ, ਤੇ ਹੁਣ ਜੋ ਦੀਵਾਨ ਦੇ ਵਿੱਚ ਗੁਰਸਿੱਖ ਆ ਰਹੇ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕ ਰਹੇ ਹੈ। ਹੁਣ ਇਹਦੇ ਮਨ ਦੇ ਵਿੱਚ ਦੁਵਿਧਾ ਪੈਦਾ ਹੋ ਗਈ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਲੋਕ ਮੱਥਾ ਟੇਕਦੇ ਆ, ਤੇ ਮੈਂ ਇਸ ਛੋਟੀ ਜੀ ਉਮਰ ਦੇ ਨੌਜਵਾਨ ਨੂੰ ਕਿਵੇਂ ਮੱਥਾ ਟੇਕਾਂ, ਵੀ ਇਹਦੀ ਤਾਂ ਉਮਰ ਹੀ ਬਹੁਤ ਜ਼ਿਆਦਾ ਛੋਟੀ ਹੈ। ਹੁਣ ਪੀਰ ਬੁੱਧੂ ਸ਼ਾਹ ਦੀ ਉਮਰ ਬਹੁਤ ਜ਼ਿਆਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਮੁਕਾਬਲੇ ਦੇ ਵਿੱਚ। 1666 ਦੇ ਵਿੱਚ ਜਨਮ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦਾ। 1687 ਦੇ ਵਿੱਚ ਭੰਗਾਣੀ ਦੀ ਜੰਗ ਹੁੰਦੀ ਹੈ। 21 ਸਾਲ ਹੋ ਗਏ ਇਹ ਘਟਨਾ ਨੂੰ, ਜਨਮ ਤੋਂ ਲੈ ਕੇ 87 ਤੱਕ। ਉਸ ਤੋਂ ਪਹਿਲਾਂ ਜੋ ਕਿ ਪੀਰ ਬੁੱਧੂ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਜ਼ਿਆਦਾ ਮਿੱਤਰਤਾ ਪੈ ਜਾਂਦੀ ਹੈ। ਭੰਗਾਣੀ ਦੀ ਜੰਗ ਦੇ ਵਿੱਚ ਤਾਂ ਸਾਹਿਬਜ਼ਾਦੇ ਸ਼ਹੀਦ ਹੋਣਗੇ ਪੀਰ ਬੁੱਧੂ ਸ਼ਾਹ ਦੇ। ਹੁਣ ਜਿਸ ਸਮੇਂ ਮਿਲਾਪ ਹੋਇਆ ਹੋਵੇਗਾ ਪਾਉਂਟਾ ਸਾਹਿਬ ਵਿਖੇ, ਉਸ ਸਮੇਂ ਤਕਰੀਬਨ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਉਮਰ ਹੈ ਉਹ 14, 15, 16 ਸਾਲ ਦੀ ਹੋਣੀ ਹੈ, ਤੇ ਪੀਰ ਬੁੱਧੂ ਸ਼ਾਹ ਬਹੁਤ ਵੱਡਾ ਉਮਰ ਦੇ ਵਿੱਚ। ਹੁਣ ਪੀਰ ਬੁੱਧੂ ਸ਼ਾਹ ਦੀ ਨਜ਼ਰ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਕ ਬੱਚਾ ਹੈਗਾ। ਹੁਣ ਇੱਕ ਬੱਚੇ ਨੂੰ ਮੱਥਾ ਟੇਕਣਾ ਇੱਕ ਵਡੇਰੀ ਉਮਰ ਦੇ ਇਨਸਾਨ ਵੱਲੋਂ ਇਹ ਹੈ ਤਾਂ ਬਹੁਤ ਜ਼ਿਆਦਾ ਔਖਾ ਨਾ। ਬੰਦਾ ਵਿਚਾਰ ਤਾਂ ਕਰੇਗਾ ਨਾ ਵੀ ਮੇਰੀ ਉਮਰ ਕਿੰਨੀ ਜ਼ਿਆਦਾ ਹੈ, ਇਹ ਛੋਟਾ ਬੱਚਾ ਹੈਗਾ ਮੁਕਾਬਲੇ ਦੇ ਵਿੱਚ। ਤੇ ਪੀਰ ਬੁੱਧੂ ਸ਼ਾਹ ਦਾ ਆਪਣੇ ਇਲਾਕੇ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ। ਇਲਾਕੇ ਦੇ ਲੋਕ ਪੀਰ ਬੁੱਧੂ ਸ਼ਾਹ ਨੂੰ ਮੱਥਾ ਟੇਕਦੇ ਆ। ਹੁਣ ਪੀਰ ਬੁੱਧੂ ਸ਼ਾਹ ਦਾ ਮਨ ਇਹ ਗੱਲ ਕਹਿੰਦਾ ਵੀ ਮੱਥਾ ਵੇਖ ਕੇ ਟੇਕ, ਤੈਨੂੰ ਵੀ ਬਹੁਤ ਜ਼ਿਆਦਾ ਦੁਨੀਆ ਮੱਥਾ ਟੇਕਦੀ ਹੈ। ਤੇਰੇ ਚੇਲਿਆਂ ਤੇ ਇਸ ਗੱਲ ਦਾ ਕੀ ਪ੍ਰਭਾਵ ਪੈਣਾ ਹੈ ਵੀ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ ਉਹ ਅੱਗੇ ਹੋਰ ਕਿਸੇ ਨੂੰ ਮੱਥਾ ਟੇਕ ਰਿਹਾ। ਪੀਰ ਬੁੱਧੂ ਸ਼ਾਹ ਨਾ ਇਹ ਦੁਬਿਧਾ ਦੇ ਵਿੱਚ ਰੁਕ ਗਿਆ। ਉਸ ਸਮੇਂ ਪੀਰ ਬੁੱਧੂ ਸ਼ਾਹ ਨੂੰ ਕਹਿਆ ਗਿਆ ਵੀ ਜੇ ਅੰਦਰ ਪ੍ਰੀਤ ਨਾ ਹੋਵੇ, ਅੰਦਰ ਪ੍ਰਤੀਤ ਨਾ ਹੋਵੇ, ਅੰਦਰ ਵਿਸ਼ਵਾਸ ਨਾ ਹੋਵੇ ਤਾਂ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ। ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ, ਕੋਈ ਵੀ ਕਿਉਂ ਨਾ ਹੋਵੇ। ਜੇ ਅੰਦਰ ਵਿਸ਼ਵਾਸ ਹੀ ਨਹੀਂ, ਅੰਦਰ ਪ੍ਰੀਤ ਨਹੀਂ ਹੈ, ਅੰਦਰ ਪ੍ਰਤੀਤ ਨਹੀਂ ਹੈ ਤਾਂ ਮੱਥਾ ਨਹੀਂ ਟੇਕਣਾ ਚਾਹੀਦਾ। ਐਵੇਂ ਫਾਰਮੈਲਿਟੀ ਦੇ ਤੌਰ ਤੇ ਕਿਸੇ ਦੇ ਅੱਗੇ ਨਹੀਂ ਝੁਕਣਾ ਚਾਹੀਦਾ। ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਗੁਰੂ ਗੋਬਿੰਦ ਸਿੰਘ ਜੀ ਨੇ ਕਹਿਆ ਵੀ ਜੇ ਨਹੀਂ ਮਨ ਮੰਨਦਾ ਨਾ ਤੇ ਮੱਥਾ ਨਾ ਟੇਕ, ਵੈਸੇ ਹੀ ਬੈਠ ਜਾ। ਇੱਥੇ ਕੋਈ ਜ਼ਬਰਦਸਤੀ ਨਹੀਂ ਹੈ ਵੀ ਜਿਹੜਾ ਕੋਈ ਗੁਰਦੁਆਰਾ ਸਾਹਿਬ ਆ ਰਿਹਾ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਮੱਥਾ ਟੇਕਣਾ ਹੀ ਪਵੇਗਾ, ਤੇ ਜੇ ਉਹ ਨਹੀਂ ਟੇਕੇਗਾ ਤੇ ਉਹ ਤੇ ਕੋਈ ਜ਼ਬਰਦਸਤੀ ਕੀਤੀ ਜਾਣੀ ਹੈ। ਵੈਸੇ ਵੀ ਬੈਠ ਸਕਦਾ ਹੈ। ਜਦੋਂ ਵਿਸ਼ਵਾਸ ਪ੍ਰੀਤ ਤੇ ਪ੍ਰਤੀਤ ਬਣੇਗੀ ਉਦੋਂ ਮੱਥਾ ਟੇਕ ਦੇਣਾ।
ਗੁਰੂ ਗੋਬਿੰਦ ਸਿੰਘ ਜੀ ਨੇ ਕਹਿਆ ਵੀ ਤੁਸੀਂ ਵੈਸੇ ਹੀ ਬੈਠ ਜਾਵੋ। ਇਹ ਬੈਠ ਗਿਆ, ਕੁਝ ਸਮਾਂ ਵਿਚਾਰਾਂ ਸੁਣੀਆਂ, ਬੈਠਾ ਰਿਹਾ ਦੀਵਾਨ ਦੇ ਵਿੱਚ, ਤੇ ਬਾਅਦ ਦੇ ਵਿੱਚ ਇਸ ਨੇ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਕੀਤਾ ਵੀ ਪੀਰ ਬੁੱਧੂ ਸ਼ਾਹ ਜੀ, ਪਹਿਲਾਂ ਮੱਥਾ ਕਿਉਂ ਨਹੀਂ ਟੇਕਿਆ ਤੇ ਹੁਣ ਮੱਥਾ ਕਿਉਂ ਟੇਕ ਦਿੱਤਾ? ਪੀਰ ਬੁੱਧੂ ਸ਼ਾਹ ਦਾ ਜਵਾਬ ਹੈ ਵੀ ਸੱਚੇ ਪਾਤਸ਼ਾਹ, ਪਹਿਲਾਂ ਮੈਂ ਮੱਥਾ ਇਸ ਲਈ ਨਹੀਂ ਟੇਕਿਆ, ਮੇਰੀ ਅੱਖ ਨੇ ਤੁਹਾਡੀ ਉਮਰ ਨੂੰ ਵੇਖਿਆ ਵੀ ਤੁਹਾਡੀ ਉਮਰ ਬਹੁਤ ਜ਼ਿਆਦਾ ਛੋਟੀ ਹੈ, ਤੇ ਮੇਰੇ ਹਿਰਦੇ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਵੀ ਮੱਥਾ ਵੇਖ ਕੇ ਟੇਕੀ, ਤੇਰੇ ਨਾਲ ਤੇਰੇ ਚੇਲੇ ਐ, ਜਿਹੜੇ ਵਿਅਕਤੀ ਨੂੰ ਤੂੰ ਮੱਥਾ ਟੇਕਣ ਦੀ ਸੋਚ ਰਿਹਾ ਨਾ, ਇਹ ਬਹੁਤ ਛੋਟੀ ਉਮਰ ਦਾ ਤੇ ਤੇਰਾ ਰੁਤਬਾ ਬਹੁਤ ਵੱਡਾ, ਇਸਲਾਮ ਮਤ ਦੇ ਵਿੱਚ ਤੇਰੀ ਉਮਰ ਵੀ ਬਹੁਤ ਜ਼ਿਆਦਾ ਵੱਡੀ ਹੈ, ਤੇਰੇ ਚੇਲੇ ਵੀ ਨਾਲ ਨੇ, ਜੇਕਰ ਤੂੰ ਇਸ ਨੂੰ ਮੱਥਾ ਟੇਕ ਦਿੱਤਾ ਨਾ ਤੇ ਤੇਰੇ ਚੇਲਿਆਂ ਤੇ ਕੀ ਪ੍ਰਭਾਵ ਪੈਣਾ? ਉਹਨਾਂ ਦੇ ਦਿਮਾਗ ਵਿੱਚ ਇਹ ਖਿਆਲ ਪੈਦਾ ਤਾਂ ਹੋਣਗੇ ਨਾ ਵੀ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ ਉਹ ਇੱਕ ਬਹੁਤ ਛੋਟੀ ਉਮਰ ਦੇ ਇਨਸਾਨ ਨੂੰ ਮੱਥਾ ਟੇਕ ਰਿਹਾ, ਇਸ ਲਈ ਮੈਂ ਮੱਥਾ ਨਹੀਂ ਟੇਕਿਆ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਬਾਅਦ ਵਿੱਚ ਕਿਉਂ ਟੇਕਤਾ? ਹੁਣ ਵੀ ਤਾਂ ਚੇਲੇ ਨਾਲ ਹੀ ਨੇ ਨਾ, ਹੁਣ ਕੀ ਪ੍ਰਭਾਵ ਪਵੇਗਾ? ਹੁਣ ਬਾਅਦ ਵਿੱਚ ਕਿਉਂ ਮੱਥਾ ਟੇਕਿਆ? ਕਹਿੰਦਾ ਬਾਅਦ ਵਿੱਚ ਮੇਰੇ ਮਨ ਦੇ ਵਿੱਚ ਬੈਠੇ ਬੈਠੇ ਦੇ ਖਿਆਲ ਆਇਆ ਵੀ ਪੀਰ ਬੁੱਧੂ ਸ਼ਾਹ, ਤੁਹਾਡੀ ਅੱਖ ਹੈ ਉਹ ਧੋਖਾ ਖਾ ਸਕਦੀ ਹੈ ਉਮਰ ਨੂੰ ਵੇਖ ਕੇ, ਪਰ ਗੁਰੂ ਤੇਗ ਬਹਾਦਰ ਜੀ ਦੀ ਅੱਖ ਧੋਖਾ ਨਹੀਂ ਖਾਂਦੀ, ਜਿਸ ਨੇ ਇਸ ਨੌਜਵਾਨ ਨੂੰ, ਜਿਸ ਦੀ ਬਹੁਤ ਛੋਟੀ ਉਮਰ ਹੈ, ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਹੋਇਆ। ਗੁਰੂ ਤੇਗ ਬਹਾਦਰ ਜੀ ਗਲਤੀ ਨਹੀਂ ਕਰ ਸਕਦੇ, ਉਹ ਤਾਂ ਬਹੁਤ ਸੂਝਵਾਨ ਸਨ ਨਾ, ਵੀ ਤੁਹਾਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ, ਗੁਰਤਾ ਗੱਦੀ ਦੀ ਜੋ ਜ਼ਿੰਮੇਵਾਰੀ ਹੈ ਇਹ ਗੁਰੂ ਤੇਗ ਬਹਾਦਰ ਜੀ ਨੇ ਸੌਂਪੀ ਹੈ। ਤੇ ਜਦੋਂ ਇਸ ਤਰ੍ਹਾਂ ਦੇ ਖਿਆਲ ਪੈਦਾ ਹੋਏ ਆ ਤੇ ਮੈਂ ਮੱਥਾ ਟੇਕ ਦਿੱਤਾ ਵੀ ਪੀਰ ਬੁੱਧੂ ਸ਼ਾਹ, ਤੇਰੀ ਅੱਖ ਧੋਖਾ ਖਾ ਸਕਦੀ ਹੈ, ਗੁਰੂ ਤੇਗ ਬਹਾਦਰ ਜੀ ਦੀ ਅੱਖ ਧੋਖਾ ਨਹੀਂ ਖਾ ਸਕਦੀ। ਜੇ ਗੁਰੂ ਤੇਗ ਬਹਾਦਰ ਜੀ ਨੇ ਇਸ ਨੌਜਵਾਨ ਨੂੰ, ਗੁਰੂ ਗੋਬਿੰਦ ਸਿੰਘ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਤੇ ਤੈਨੂੰ ਮੱਥਾ ਟੇਕ ਦੇਣਾ ਚਾਹੀਦਾ, ਗੁਰੂ ਤੇਗ ਬਹਾਦਰ ਜੀ ਤੇ ਵਿਸ਼ਵਾਸ ਰੱਖ ਕੇ, ਕਿਉਂਕਿ ਉਹਨਾਂ ਦੀ ਅੱਖ ਧੋਖਾ ਨਹੀਂ ਖਾ ਸਕਦੀ, ਇਸ ਲਈ ਮੈਂ ਮੱਥਾ ਟੇਕ ਦਿੱਤਾ। ਪੀਰ ਬੁੱਧੂ ਸ਼ਾਹ ਦੇ ਨਾਲ ਵਿਚਾਰ ਚਰਚਾ ਹੋਈ। ਪੀਰ ਬੁੱਧੂ ਸ਼ਾਹ ਨੇ ਇੱਕ ਬਹੁਤ ਵਧੀਆ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਪੀਰ ਬੁੱਧੂ ਸ਼ਾਹ, ਸੱਚੇ ਪਾਤਸ਼ਾਹ, ਖੁਦਾ ਦੇ ਨਾਲ ਵਸ਼ਲ ਹੈ, ਵਸ਼ਲ ਕਿਹਾ ਜਾਂਦਾ ਮਿਲਾਪ ਨੂੰ, ਵੀ ਖੁਦਾ ਦੇ ਨਾਲ ਮਿਲਾਪ ਹੈ ਤੁਹਾਡਾ? ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਹਾਂ ਹੈ, ਖੁਦਾ ਦੇ ਨਾਲ ਮਿਲਾਪ ਹੈ। ਪੀਰ ਬੁੱਧੂ ਸ਼ਾਹ ਕਹਿੰਦਾ ਵੀ ਅਕਾਲ ਪੁਰਖ ਦੇ ਨਾਲ, ਖੁਦਾ ਦੇ ਨਾਲ ਮਿਲਾਪ ਜਿਹੜਾ ਤੁਹਾਡਾ ਹੈ ਉਹ ਕਿਸ ਤਰ੍ਹਾਂ ਦਾ ਹੈ? ਇਸਲਾਮ ਮਤ ਦੇ ਵਿੱਚ ਨਾ 4 ਤਰ੍ਹਾਂ ਦਾ ਮਿਲਾਪ ਮੰਨਿਆ ਜਾਂਦਾ ਖੁਦਾ ਦੇ ਨਾਲ, ਇਸੇ ਲਈ ਹੀ ਪੀਰ ਬੁੱਧੂ ਸ਼ਾਹ ਪੁੱਛਦਾ ਵੀ ਤੁਹਾਡਾ ਮਿਲਾਪ ਕਿਸ ਤਰ੍ਹਾਂ ਦਾ? ਉਹ 4 ਤਰ੍ਹਾਂ ਦਾ ਮਿਲਾਪ ਕਿਹੜਾ ਇਸਲਾਮ ਦੇ ਵਿੱਚ? ਇੱਕ ਹੈ ਸ਼ਲੋਕ, ਰੱਬ ਜੀ ਦੇ ਲੋਕ ਦੇ ਵਿੱਚ ਵਸਣਾ। ਇੱਕ ਹੈ ਸਮੀਪ, ਰੱਬ ਜੀ ਦੇ ਨੇੜੇ ਵਸਣਾ। ਇੱਕ ਹੈ ਸਵਰੂਪ, ਖੁਦਾ ਦਾ ਰੂਪ ਹੋ ਜਾਣਾ, ਉਹਦੇ ਰੂਪ ਦੇ ਵਿੱਚ ਵਸਣਾ। ਇੱਕ ਹੈ ਅਭੇਦ, ਰੱਬ ਜੀ ਦੇ ਵਿੱਚ ਲੀਨ ਹੋ ਜਾਣਾ, ਅਭੇਦ ਹੋ ਜਾਣਾ। ਹੁਣ ਪੀਰ ਬੁੱਧੂ ਸ਼ਾਹ ਨੇ ਪੁੱਛਿਆ ਵੀ ਜੇਕਰ ਤੁਹਾਡਾ ਖੁਦਾ ਦੇ ਨਾਲ ਮਿਲਾਪ ਹੈ ਤੇ ਕਿਸ ਤਰ੍ਹਾਂ ਦਾ ਹੈ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਵੇਂ ਦਿਨ ਤੇ ਰਾਤ। ਪੀਰ ਬੁੱਧੂ ਸ਼ਾਹ ਕਹਿੰਦਾ ਵੀ ਸੱਚੇ ਪਾਤਸ਼ਾਹ, ਦਿਨ ਤੇ ਰਾਤ ਦਾ ਤਾਂ ਕਦੇ ਮਿਲਾਪ ਹੀ ਨਹੀਂ ਹੁੰਦਾ। ਜੇ ਦਿਨ ਹੁੰਦਾ ਤਾਂ ਰਾਤ ਨਹੀਂ ਹੁੰਦੀ। ਦਿਨ ਦੇ ਵਿੱਚ ਕਿੰਨੀ ਵੀ ਬੱਦਲਵਾਈ ਕਿਉਂ ਨਾ ਹੋ ਜਾਵੇ, ਕੋਈ ਹਨੇਰੀ ਕਿਉਂ ਨਾ ਆ ਜਾਵੇ, ਪਰ ਦਿਨ ਹੈ ਜਿਹੜਾ ਉਹ ਰਾਤ ਦੇ ਵਿੱਚ ਤਬਦੀਲ ਨਹੀਂ ਹੁੰਦਾ।
ਉਂਝ ਹਨੇਰਾ ਪ੍ਰਤੀਤ ਹੋਵੇਗਾ ਪਰ ਰਹੇਗਾ ਤਾਂ ਦਿਨ ਹੀ ਨਾ। ਤੇ ਜਦੋਂ ਰਾਤ ਹੁੰਦੀ ਹੈ ਅਸੀਂ ਕਿੰਨਾ ਵੀ ਪ੍ਰਕਾਸ਼ ਕਿਉਂ ਨਾ ਕਰ ਲਈਏ, ਉਹਨੂੰ ਦਿਨ ਦੇ ਵਿੱਚ ਨਹੀਂ ਬਦਲ ਸਕਦੇ। ਰਾਤ ਨੇ ਰਾਤ ਹੀ ਰਹਿਣਾ ਤੇ ਦਿਨ ਨੇ ਦਿਨ ਹੀ ਰਹਿਣਾ। ਤੇ ਜੇ ਦਿਨ ਆਉਂਦਾ ਹੈ ਤੇ ਰਾਤ ਚਲੀ ਜਾਂਦੀ ਹੈ, ਜੇ ਰਾਤ ਆਉਂਦੀ ਹੈ ਤੇ ਦਿਨ ਚਲਿਆ ਜਾਂਦਾ, ਇਹਨਾਂ ਦਾ ਤਾਂ ਮਿਲਾਪ ਹੀ ਨਹੀਂ ਹੁੰਦਾ। ਤੁਸੀਂ ਜਵਾਬ ਇਹ ਦਿੱਤਾ ਵੀ ਖੁਦਾ ਦੇ ਨਾਲ ਮੇਰਾ ਮਿਲਾਪ ਵਸ਼ਲ ਇਸ ਤਰ੍ਹਾਂ ਦਾ ਜਿਵੇਂ ਦਿਨ ਤੇ ਰਾਤ, ਪਰ ਦਿਨ ਤੇ ਰਾਤ ਤਾਂ ਕਦੇ ਵੀ ਇਕੱਠੇ ਨਹੀਂ ਹੁੰਦੇ। ਦਿਨ ਆਉਂਦਾ ਹੈ, ਰਾਤ ਚਲੀ ਜਾਂਦੀ ਹੈ, ਰਾਤ ਆਉਂਦੀ ਹੈ, ਦਿਨ ਚਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਬਹੁਤ ਵੱਡਾ ਭੁਲੇਖਾ ਹੈ ਵੀ ਜਦੋਂ ਰਾਤ ਆਉਂਦੀ ਹੈ ਉਦੋਂ ਦਿਨ ਚਲਿਆ ਜਾਂਦਾ ਹੈ, ਤੇ ਜਦੋਂ ਦਿਨ ਆਉਂਦਾ ਉਦੋਂ ਰਾਤ ਚਲੀ ਜਾਂਦੀ ਹੈ। ਅਸਲ ਦੇ ਵਿੱਚ ਜਾਂਦਾ ਕੁਝ ਨਹੀਂ। ਜਦੋਂ ਰਾਤ ਆਉਂਦੀ ਹੈ ਨਾ, ਰਾਤ ਹੁੰਦੀ ਹੈ, ਉਦੋਂ ਦਿਨ ਰਾਤ ਦੇ ਵਿੱਚ ਸਮਾ ਜਾਂਦਾ ਹੈ, ਤੇ ਜਦੋਂ ਦਿਨ ਹੁੰਦਾ ਹੈ ਉਦੋਂ ਰਾਤ ਦਿਨ ਦੇ ਵਿੱਚ ਸਮਾ ਜਾਂਦੀ ਹੈ। ਜਾਂਦਾ ਆਉਂਦਾ ਕੁਝ ਵੀ ਨਹੀਂ ਹੈ। ਅਸੀਂ ਵੀ ਇਸੇ ਤਰ੍ਹਾਂ ਹੀ ਹਾਂ। ਅਕਾਲ ਪੁਰਖ ਵਾਹਿਗੁਰੂ ਦੇ ਵਿੱਚੋਂ ਹੀ ਜੀਵ ਪੈਦਾ ਹੁੰਦੇ ਹੈ। ਕੁਝ ਕੁ ਸਮਾਂ ਇਸ ਸੰਸਾਰ ਦੇ ਵਿੱਚ ਵਿਚਰਦੇ ਆ, ਫਿਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ। ਗੁਰਬਾਣੀ ਦੇ ਵਿੱਚ ਜ਼ਿਕਰ ਵੀ ਹੈ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਗੁਰੂ ਸਾਹਿਬਾਨ ਦੇ ਵਚਨ ਹਨ ਬਾਣੀ ਦੇ ਵਿੱਚ। ਜਿਵੇਂ ਇੱਕ ਮਛਲੀ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ, ਪਾਣੀ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੀ ਹੈ, ਬਤੀਤ ਕਰਦੀ ਹੈ, ਪਾਣੀ ਦੇ ਵਿੱਚ ਹੀ ਉਹਦਾ ਅੰਤ ਹੋ ਜਾਂਦਾ ਹੈ। ਸਮੁੰਦਰ ਦੇ ਵਿੱਚ ਹੀ ਉਸ ਦਾ ਸਾਰਾ ਜੀਵਨ ਹੁੰਦਾ, ਜਨਮ ਤੋਂ ਲੈ ਕੇ ਮੌਤ ਤੱਕ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਸੀਂ ਹਾਂ, ਉਹਦੇ ਵਿੱਚ ਹੀ ਅਸੀਂ ਪੈਦਾ ਹੋ ਰਹੇ ਹਾਂ, ਆਪਣਾ ਕੁਝ ਸਮਾਂ ਜੀਵਨ ਬਤੀਤ ਕਰਦੇ ਹਾਂ ਤੇ ਉਹਦੇ ਵਿੱਚ ਹੀ ਅਸੀਂ ਸਮਾ ਜਾਂਦੇ ਹਾਂ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸਾ ਨੀਤ। ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ, ਵੱਖਰੀਆਂ ਵਿਖਾਈ ਦਿੰਦੀਆਂ, ਲੇਕਿਨ ਬਾਅਦ ਦੇ ਵਿੱਚ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਸ ਤਰ੍ਹਾਂ ਦਾ ਜਵਾਬ ਦਿੱਤਾ ਨਾ ਵੀ ਰਾਤ ਦੇ ਵਿੱਚ ਦਿਨ ਸਮਾ ਜਾਂਦਾ ਤੇ ਦਿਨ ਦੇ ਵਿੱਚ ਰਾਤ ਸਮਾ ਜਾਂਦੀ ਹੈ, ਆਉਂਦਾ ਜਾਂਦਾ ਕੁਝ ਨਹੀਂ, ਤਾਂ ਇਸ ਜਵਾਬ ਤੋਂ ਪੀਰ ਬੁੱਧੂ ਸ਼ਾਹ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ। ਬਹੁਤ ਜ਼ਿਆਦਾ ਮਿੱਤਰਤਾ ਪੈ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਬਹੁਤ ਹੀ ਜ਼ਿਆਦਾ ਸਨੇਹ ਹੋ ਗਿਆ। ਔਰੰਗਜ਼ੇਬ ਨੇ 500 ਪਠਾਨ ਆਪਣੀ ਫੌਜ ਦੇ ਵਿੱਚੋਂ ਬਾਹਰ ਕਰ ਦਿੱਤਾ, ਨੌਕਰੀ ਤੋਂ ਬਰਖਾਸਤ ਕਰ ਦਿੱਤਾ, ਨੌਕਰੀ ਤੋਂ ਕੱਢ ਦਿੱਤਾ। ਉਹ ਜਿੱਥੇ ਵੀ ਜਾਂਦੇ ਆ, ਕੋਈ ਵੀ ਜਰਨੈਲ, ਕੋਈ ਵੀ ਬਾਦਸ਼ਾਹ, ਹਾਕਮ ਉਹਨਾਂ ਨੂੰ ਆਪਣੀ ਫੌਜ ਵਿੱਚ ਨਹੀਂ ਰੱਖਦਾ। ਜਦੋਂ ਪਤਾ ਲੱਗਦਾ ਵੀ ਤਾਂ ਔਰੰਗਜ਼ੇਬ ਨੇ ਆਪਣੀ ਫੌਜ ਦੇ ਵਿੱਚੋਂ ਬਾਹਰ ਕੀਤੇ ਹੋਏ ਹੈ, ਔਰੰਗਜ਼ੇਬ ਦਾ ਪ੍ਰਭਾਵ ਕਬੂਲਦਿਆਂ ਕੋਈ ਵੀ ਫੌਜ ਵਿੱਚ ਨਹੀਂ ਰੱਖਦਾ। ਉਹ ਪੀਰ ਬੁੱਧੂ ਸ਼ਾਹ ਦੇ ਕੋਲ ਆਏ ਵੀ ਪੀਰ ਬੁੱਧੂ ਸ਼ਾਹ ਜੀ ਤੁਹਾਡੀ ਬਹੁਤ ਜਾਣ ਪਹਿਚਾਣ ਹੈ, ਤੁਹਾਡੀ ਗੱਲ ਨੂੰ ਕੋਈ ਵੀ ਮੋੜਦਾ ਨਹੀਂ, ਤੁਸੀਂ ਸਾਡੇ ਤੇ ਰਹਿਮ ਕਰੋ, ਸਾਡੀ ਮਦਦ ਕਰੋ, ਸਾਨੂੰ ਕਿਸੇ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿਓ। ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇਹ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਦੀ ਇਸ ਗੱਲ ਨੂੰ ਮੰਨਿਆ ਵੀ ਜੇਕਰ ਤੁਸੀਂ ਕਹਿ ਰਹੇ ਹੋ ਤਾਂ ਅਸੀਂ ਉਹ ਪਠਾਣਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਹਾਂ। ਪੀਰ ਬੁੱਧੂ ਸ਼ਾਹ ਨੇ ਜਿੰਨੀ ਤਨਖਾਹ ਕਹੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਜਰਨੈਲ ਨੂੰ ਇੰਨੀ ਤਨਖਾਹ ਦੇਣੀ ਹੈ, ਤਕਰੀਬਨ 5 ਰੁਪਏ ਸੀ ਉਸ ਸਮੇਂ ਦੇ, ਚੰਗੀ ਤਰ੍ਹਾਂ ਮੇਰੇ ਯਾਦ ਨਹੀਂ। ਸਿਪਾਹੀ ਨੂੰ ਇੰਨੀ ਤਨਖਾਹ ਦੇਣੀ ਹੈ। ਜਿੰਨਾ ਪੀਰ ਬੁੱਧੂ ਸ਼ਾਹ ਨੇ ਜੋ ਕੁਝ ਕਹਿਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਕਿਸੇ ਵੀ ਗੱਲ ਨੂੰ ਟਾਲਿਆ ਨਹੀਂ, ਸਗੋਂ ਉਸ ਨੂੰ ਮੰਨਿਆ। ਪਰ ਜਦੋਂ 1687 ਦੇ ਵਿੱਚ ਜੰਗ ਹੋਈ ਨਾ, ਭੰਗਾਣੀ ਦੀ ਜੰਗ, ਇਹ 500 ਪਠਾਨ ਦੇ ਵਿੱਚੋਂ 400 ਪਠਾਨ ਗਦਾਰੀ ਕਰ ਗਿਆ, ਦੌੜ ਗਿਆ, ਵਿਰੋਧੀਆਂ ਦੀ ਫੌਜ ਦੇ ਵਿੱਚ ਜਾ ਕੇ ਰਲ ਗਿਆ। ਜਦੋਂ ਤੱਕ ਜੰਗ ਨਹੀਂ ਹੋਈ ਉਦੋਂ ਤੱਕ ਗੁਰੂ ਘਰ ਤੋਂ ਤਨਖਾਹ ਲੈਂਦੇ ਰਹੇ, ਵਧੀਆ ਜੀਵਨ ਚੱਲਦਾ ਗਿਆ। ਜਿਸ ਦਿਨ ਜੰਗ ਹੋਈ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ 400 ਪਠਾਨ, 100 ਪਠਾਨ ਰਹਿ ਗਿਆ ਸੀ।
ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਵੀ ਜਿਹੜੇ ਮੈਂ 500 ਪਠਾਨ ਰਖਵਾਏ ਸੀਗੇ ਗੁਰੂ ਦੀ ਫੌਜ ਵਿੱਚ, 400 ਪਠਾਨ ਤਾਂ ਗਦਾਰੀ ਕਰ ਗਿਆ ਜੰਗ ਦੇ ਮੈਦਾਨ ਦੇ ਵਿੱਚ। ਤੇ ਪੀਰ ਬੁੱਧੂ ਸ਼ਾਹ ਦੇ ਕੋਲ ਜਿੰਨੇ ਕੁ ਆਪਣੇ ਕੋਲ ਮਰੀਦ ਸਨ ਤੇ ਆਪਣੇ 4 ਸਾਹਿਬਜ਼ਾਦੇ ਲੈ ਕੇ ਇਹ ਭੰਗਾਣੀ ਦੀ ਜੰਗ ਦੇ ਵਿੱਚ ਪਹੁੰਚੇ ਆ। ਉੱਥੇ ਗਹਿ ਗੱਚ ਜੰਗ ਹੋਈ, ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ, ਲੇਕਿਨ ਪੀਰ ਬੁੱਧੂ ਸ਼ਾਹ ਦੇ 2 ਸਾਹਿਬਜ਼ਾਦੇ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ। ਜੰਗ ਤੋਂ ਬਾਅਦ ਪੀਰ ਬੁੱਧੂ ਸ਼ਾਹ ਜਦੋਂ ਆਪਣੇ ਘਰ ਨੂੰ ਵਾਪਸ ਆਉਣ ਲੱਗਿਆ, ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਮੰਗੀ ਵੀ ਮੈਂ ਵਾਪਸ ਜਾ ਸਕਦਾ। ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਪਿਆਰ ਭਰੀਆਂ ਗੱਲਾਂ ਕੀਤੀਆਂ, ਪੀਰ ਬੁੱਧੂ ਸ਼ਾਹ ਦੇ ਨਾਲ ਬਹੁਤ ਹੀ ਸਤਿਕਾਰ ਦਿੱਤਾ, ਕਿਉਂਕਿ 2 ਸਾਹਿਬਜ਼ਾਦੇ ਸ਼ਹੀਦ ਹੋਏ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਕਹਿਆ ਵੀ ਪੀਰ ਬੁੱਧੂ ਸ਼ਾਹ ਤੁਹਾਡੇ ਮਨ ਦੀ ਕੋਈ ਤਮੰਨਾ ਹੋਵੇ, ਕੋਈ ਮਨ ਵਿੱਚ ਖਿਆਲ ਹੋਵੇ, ਕੋਈ ਮੰਗ ਹੋਵੇ, ਤੁਸੀਂ ਹੁਣ ਜੋ ਕਿ ਉਹ ਮੰਗ ਆਪਣੇ ਮਨ ਦੇ ਖਿਆਲ, ਮਨ ਦੀਆਂ ਭਾਵਨਾਵਾਂ ਮੇਰੇ ਅੱਗੇ ਰੱਖ ਸਕਦੇ ਹੋ। ਕੋਈ ਵੀ ਮੰਗ ਹੋਵੇ ਤੁਹਾਡੀ, ਕੋਈ ਵੀ ਇੱਛਾ ਹੋਵੇ। ਪੀਰ ਬੁੱਧੂ ਸ਼ਾਹ ਨੇ ਕਿਹਾ ਵੀ ਸੱਚੇ ਪਾਤਸ਼ਾਹ ਜੇਕਰ ਤੁਸੀਂ ਤਰੁੱਠੇ ਹੋ ਨਾ ਮੇਰੇ ਤੇ ਬਖਸ਼ਿਸ਼ ਕਰਨਾ ਚਾਹੁੰਦੇ ਹੋ, ਜਿਹੜੇ ਕੰਗੇ ਦੇ ਨਾਲ ਤੁਸੀਂ ਆਪਣੇ ਕੇਸ ਵਾਹ ਰਹੇ ਹੋ ਨਾ, ਇਹ ਕੰਗਾ ਅਤੇ ਜੋ ਕੇਸ ਇਸ ਦੇ ਵਿੱਚ ਹਨ, ਇਹ ਕੇਸ ਮੈਨੂੰ ਬਖਸ਼ਿਸ਼ ਕਰ ਦਿਓ। ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਉਹ ਕੰਗਾ ਕੇਸਾਂ ਵਾਲਾ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਇੱਕ ਸਰੋਪਾ ਵੀ ਬਖਸ਼ਿਸ਼ ਕੀਤਾ। ਇਤਿਹਾਸ ਦੇ ਵਿੱਚ ਬਹੁਤ 2-3 ਸਰੋਪਿਆਂ ਦਾ ਹੀ ਜ਼ਿਕਰ ਆਉਂਦਾ ਜਿਹੜੇ ਗੁਰੂ ਸਾਹਿਬਾਨ ਨੇ ਕਿਸੇ ਨੂੰ ਬਖਸ਼ਿਸ਼ ਕੀਤੇ ਆ, ਸਿਰਫ 2-3 ਸਰੋਪੇ। ਅੱਜ ਤਾਂ ਸਰੋਪੇ ਦੀ ਅਹਿਮੀਅਤ ਹੀ ਘਟਾ ਦਿੱਤੀ ਹੈ ਨਾ। ਅੱਜ ਤਾਂ ਅਸੀਂ ਸਰੋਪੇ ਆ ਜਿਹੜੇ ਉਹ ਥੋਕ ਦੇ ਭਾਅ ਦੇ ਵਿੱਚ ਵੰਡਦੇ ਆ ਵੀ ਜਿਹੜਾ ਆ ਗਿਆ ਸਰੋਪਾ ਪਾ ਦਿਓ ਗਲ ਦੇ ਵਿੱਚ, ਕੋਈ ਨਾਰਾਜ਼ ਹੋ ਕੇ ਜਾਣਾ ਨਹੀਂ ਚਾਹੀਦਾ। ਜਦ ਕਿ ਗੁਰੂ ਘਰ ਦੇ ਵਿੱਚੋਂ ਇਹ ਬਹੁਤ ਵੱਡੀ ਬਖਸ਼ਿਸ਼ ਹੈ, ਕਿਸੇ ਨੂੰ ਸਰੋਪੇ ਦੀ ਬਖਸ਼ਿਸ਼ ਹੋ ਜਾਣੀ, ਸਰੋਪਾ ਪ੍ਰਾਪਤ ਹੋ ਜਾਣਾ। ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਸਰੋਪਾ ਉਹ ਬਖਸ਼ਿਸ਼ ਕੀਤਾ ਤੇ ਇਹ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ। ਆਪਣੇ ਘਰ ਦੇ ਵਿੱਚ ਵਾਪਸ ਆ ਕੇ ਇਹ ਆਪਣੀ ਸਤਿਕਾਰਯੋਗ ਪਤਨੀ ਨਸੀਰਾ ਨੂੰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਅੱਜ ਸਾਡੇ ਤੇ ਬਹੁਤ ਤਰੁੱਠੇ ਸਨ, ਬਹੁਤ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ, ਬਹੁਤ ਕੁਝ ਬਖਸ਼ਿਸ਼ ਕੀਤਾ। ਨਸੀਰਾ ਆਪਣੇ ਪਤੀ ਪੀਰ ਬੁੱਧੂ ਸ਼ਾਹ ਨੂੰ ਕਹਿੰਦੀ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਤਰੁੱਠੇ ਹਨ ਤੇ ਉਹਨਾਂ ਨੇ ਕੀ ਬਖਸ਼ਿਸ਼ ਕੀਤਾ ਹੈ। ਤੇ ਪੀਰ ਬੁੱਧੂ ਸ਼ਾਹ ਕਹਿੰਦਾ ਆਪਣੀ ਧਰਮ ਸੁਪਤਨੀ ਨਸੀਰਾ ਨੂੰ ਵੀ ਤੂੰ ਆਪਣੀ ਝੋਲੀ ਕਰ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਉਹ ਮੈਂ ਤੁਹਾਡੀ ਝੋਲੀ ਦੇ ਵਿੱਚ ਪਾਉਣਾ ਚਾਹੁੰਦਾ। ਜਦੋਂ ਝੋਲੀ ਕੀਤੀ ਜਾਂਦੀ ਹੈ ਨਾ ਤਾਂ ਇੱਕ ਬਹੁਤ ਵਧੀਆ ਰੁਮਾਲਾ ਸਾਹਿਬ ਦੇ ਵਿੱਚ ਇੱਕ ਕੰਗਾ ਤੇ ਉਸ ਦੇ ਵਿੱਚ ਕੁਝ ਕੇਸ ਹਨ ਜੋ ਨਸੀਰਾਂ ਦੀ ਝੋਲੀ ਦੇ ਵਿੱਚ ਪਾ ਦਿੱਤੇ ਜਾਂਦੇ ਹਨ। ਤੇ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਹ ਕੁਝ ਬਖਸ਼ਿਸ਼ ਕੀਤਾ, ਬਹੁਤ ਤਰੁੱਠੇ ਸਨ। ਇਹ ਕੰਗਾ ਅਤੇ ਕੇਸ ਰਹਿੰਦੀ ਦੁਨੀਆ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੀਰ ਬੁੱਧੂ ਸ਼ਾਹ ਦਾ ਕਿੰਨਾ ਕੁ ਸਨੇਹ ਸੀ, ਇਹ ਗੱਲ ਨੂੰ ਪ੍ਰਗਟ ਕਰਦੇ ਰਹਿਣਗੇ। ਅੱਜ ਵੀ ਉਹ ਇਸ ਪਰਿਵਾਰ ਦੇ ਕੋਲ ਨੇ, ਕੰਗਾ ਅਤੇ ਕੇਸ ਅੱਜ ਵੀ ਹੈਗੇ ਆ, ਜੋ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਹੈ ਉਸ ਦੇ ਕੋਲ ਹਨ। ਵੈਸੇ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਹੈ ਜਿਹੜਾ ਉਹ ਇਸ ਦੇਸ਼ ਦੇ ਅੰਦਰ ਨਹੀਂ ਰਹਿ ਰਿਹਾ, ਕਿਸੇ ਹੋਰ ਕੰਟਰੀ ਦੇ ਅੰਦਰ ਹੈ। ਜਦੋਂ ਪਿਛਲੇਰੇ ਸਮੇਂ ਦੇ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ ਸਨ ਨਾ, ਇੱਕ ਵੱਸ ਦੇ ਵਿੱਚ ਸਜਾ ਕੇ ਤੇ ਕੰਗਾ ਤੇ ਕੇਸ ਵੀ ਸਜਾਏ ਗਏ ਸਨ ਵੀ ਇਹ ਪੀਰ ਬੁੱਧੂ ਸ਼ਾਹ ਉਹ ਕੰਗਾ ਹੈਗਾ। ਤੇ ਉਸ ਸਮੇਂ ਬਿਆਨ ਆਇਆ ਸੀਗਾ ਉਹਦੇ ਪਰਿਵਾਰ ਦਾ ਵੀ ਉਹ ਕੰਗਾ ਤੇ ਕੇਸ ਸਾਡੇ ਕੋਲ ਹੈ, ਨਾ ਕਿ ਜਿਹੜੇ ਆ ਤੁਸੀਂ ਬੱਸ ਦੇ ਵਿੱਚ ਸਜਾਏ ਹੋਏ ਹੈ। ਇਸ ਤਰ੍ਹਾਂ ਦਾ ਵਿਵਾਦ ਵੀ ਹੋਇਆ ਸੀ ਵੀ ਉਹ ਤਾਂ ਸਾਡੇ ਕੋਲ ਹੈ, ਤੁਸੀਂ ਇਹ ਜਿਹੜਾ ਕੰਗਾ ਤੇ ਕੇਸ ਬੱਸ ਵਿੱਚ ਰੱਖ ਕੇ ਦਰਸ਼ਨ ਕਰਵਾ ਰਹੇ ਹੋ, ਇਹ ਉਹ ਕੰਗਾ ਤੇ ਕੇਸ ਨਹੀਂ। ਇਹ ਬਿਆਨ ਆਇਆ ਸੀਗਾ ਉਸ ਪਰਿਵਾਰ ਦਾ। ਸੋ ਖੈਰ
ਇਹ ਪ੍ਰਗਟ ਕਰਦੇ ਰਹਿਣਗੇ ਵੀ ਗੁਰੂ ਦੇ ਨਾਲ ਸਾਡੇ ਪਰਿਵਾਰ ਦਾ ਕਿੰਨਾ ਸਨੇਹ ਸੀ। ਤੇ ਬਾਅਦ ਦੇ ਵਿੱਚ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਨਸੀਰਾਂ ਇਹ ਨਹੀਂ ਪੁੱਛੇਗੀ ਵੀ ਜਿਹੜੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਇਹਦੇ ਬਦਲੇ ਦੇ ਵਿੱਚ ਮੈਂ ਕੀ ਗੁਰੂ ਨੂੰ ਅਦਾ ਕਰਕੇ ਆਇਆ, ਮੈਂ ਗੁਰੂ ਦੇ ਅੱਗੇ ਕੀ ਭੇਟਾ ਕਰਕੇ ਆਇਆ, ਮੈਂ ਕੀ ਕੀਮਤ ਦੇ ਕੇ ਆਇਆ ਇਸ ਬਖਸ਼ਿਸ਼ ਦੀ। ਨਸੀਰਾਂ ਕਹਿੰਦੀ ਆ ਵੀ ਆਪਣੇ ਗਰੀਬਾਂ ਦੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਹੈ ਜੋ ਆਪਾਂ ਗੁਰੂ ਦੇ ਦਰ ਤੇ ਭੇਟਾ ਕਰ ਸਕੀਏ, ਪਰ ਫਿਰ ਵੀ ਜੇਕਰ ਤੂੰ ਦੱਸਣਾ ਚਾਹੁੰਦਾ ਨਾ ਵੀ ਕੀ ਭੇਟਾ ਕਰਕੇ ਆਇਆ ਹਾਂ ਤੇ ਦੱਸ ਸਕਦਾ। ਤੇ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਜਿਗਰਾ ਥੋੜਾ ਜਿਹਾ ਵੱਡਾ ਕਰਕੇ ਸੁਣੀ, ਕਿਉਂਕਿ ਕੋਈ ਵੀ ਸਤਿਕਾਰਯੋਗ ਮਾਤਾ ਹੈ ਨਾ ਉਹ ਆਪਣੇ ਬੱਚੇ ਦੀ ਮੌਤ ਦੀ ਖਬਰ ਨਹੀਂ ਸੁਣ ਸਕਦੀ। ਪੁੱਤਰ ਭਾਵੇਂ ਕਪੁੱਤਰ ਹੀ ਹੋਵੇ, ਰੋਜ਼ ਦੁੱਖ ਦਿੰਦਾ ਹੋਵੇ ਮਾਤਾ ਨੂੰ, ਪਰ ਮਾਤਾ ਫਿਰ ਵੀ ਜਦੋਂ ਵੀ ਅਰਦਾਸ ਬੇਨਤੀ ਕਰੇਗੀ ਆਪਣੇ ਪੁੱਤਰ ਦੀ ਤੰਦਰੁਸਤੀ ਦੀ ਜਾਂ ਲੰਮੀ ਉਮਰ ਦੀ ਹੀ ਅਰਦਾਸ ਕਰੇਗੀ। ਇਸੇ ਤਰ੍ਹਾਂ ਦੀ ਮਾਤਾ ਦੀ ਭਾਵਨਾ ਹੁੰਦੀ ਹੈ ਵੀ ਆਪਣੇ ਕੁਪੁੱਤਰ ਪੁੱਤ ਦੀ ਵੀ ਉਹ ਮਾੜੀ ਖਬਰ ਨਹੀਂ ਸੁਣਨਾ ਚਾਹੁੰਦੀ। ਤੇ ਹੁਣ ਪੀਰ ਬੁੱਧੂ ਸ਼ਾਹ ਦੇ ਜੋ ਸਾਹਿਬਜ਼ਾਦੇ ਆ ਉਹ ਤਾਂ ਬਹੁਤ ਹੀ ਜ਼ਿਆਦਾ ਚੰਗੇਰੇ ਹਨ। ਤੇ ਜਦੋਂ ਨਸੀਰਾਂ ਨੂੰ ਦੱਸਿਆ ਨਾ ਪੀਰ ਬੁੱਧੂ ਸ਼ਾਹ ਨੇ ਵੀ ਮੈਂ ਆਪਣੇ 2 ਸਾਹਿਬਜ਼ਾਦੇ ਭੰਗਾਣੀ ਦੀ ਜੰਗ ਦੇ ਵਿੱਚ ਸ਼ਹੀਦ ਕਰਵਾਏ, ਇਹ ਭੇਟਾ ਮੈਂ ਗੁਰੂ ਦੇ ਅੱਗੇ ਅਦਾ ਕੀਤੀ ਹੈ। ਤੇ ਨਸੀਰਾਂ ਤੋਂ ਇਹ ਖਬਰ ਸੁਣ ਕੇ ਨਾ ਨਸੀਰਾਂ ਬਹੁਤ ਹੀ ਜ਼ਿਆਦਾ ਭਾਵੁਕ ਹੋਈ, ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਪੀਰ ਬੁੱਧੂ ਸ਼ਾਹ ਕਹਿੰਦਾ ਵੀ ਮੈਂ ਤੈਨੂੰ ਕਹਿਆ ਸੀ ਵੀ ਹੌਸਲਾ ਕਰਕੇ ਸੁਣੀ ਵੀ ਮੈਂ ਕੀ ਭੇਟਾ ਕਰਕੇ ਆਇਆ। ਨਸੀਰਾਂ ਕਹਿੰਦੀ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਵੀ 2 ਸਾਹਿਬਜ਼ਾਦੇ ਜੰਗ ਦੇ ਵਿੱਚ ਸ਼ਹੀਦ ਹੋ ਗਏ ਐ, ਗੁਰੂ ਨੇ ਪ੍ਰਵਾਨ ਕਰ ਲਿਆ। ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਜਿਹੜੇ 2 ਜੰਗ ਦੇ ਵਿੱਚੋਂ ਬਚ ਕੇ ਆ ਗਏ ਹੈ ਨਾ, ਇਹਨਾਂ ਦੀ ਪਾਲਣ ਪੋਸ਼ਣਾ ਦੇ ਵਿੱਚ ਕੀ ਘਾਟ ਰਹਿ ਗਈ ਸੀ ਵੀ ਇਹ ਗੁਰੂ ਨੇ ਪ੍ਰਵਾਨ ਨਹੀਂ ਕੀਤੇ। ਇਸ ਤਰ੍ਹਾਂ ਦਾ ਸਨੇਹ ਸੀਗਾ ਪੀਰ ਬੁੱਧੂ ਸ਼ਾਹ ਦਾ। ਹੁਣ ਜਦੋਂ ਇਸ ਜੰਗ ਦੇ ਵਿੱਚ ਮਦਦ ਕੀਤੀ ਹੈ ਨਾ, ਤੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਤੇ ਉਸ ਨੇ ਆਪਣਾ ਜਰਨੈਲ ਭੇਜਿਆ ਉਸਮਾਨ ਖਾਨ ਜੋ ਸਢੌਰੇ ਦਾ ਰਹਿਣ ਵਾਲਾ ਹੈ, ਤੇ ਸਢੌਰੇ ਦਾ ਹੀ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਹੈ। ਵੀ ਇੱਕ ਮੁਸਲਮਾਨ ਹੈ ਜਿਹੜਾ ਪੀਰ ਹੈਗਾ ਜਿਸ ਨੂੰ ਇਸਲਾਮ ਮਤ ਵਿੱਚ ਬਹੁਤ ਮਾਣ ਸਤਿਕਾਰ ਹੈ, ਉਹ ਵਿਰੋਧੀ ਦੀ ਮਦਦ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੀ। ਉਹਦੀ ਮਦਦ ਕੀਤੀ ਹੈ, ਜੰਗ ਦੇ ਵਿੱਚ ਉਹਨੂੰ ਜਿੱਤ ਦਿਵਾਈ ਹੈ। ਇਹ ਜਿਹੜਾ ਗੁੱਸਾ ਹੈ ਨਾ, ਕ੍ਰੋਧ ਹੈ, ਇਸ ਨੂੰ ਮੁੱਖ ਰੱਖ ਕੇ ਔਰੰਗਜ਼ੇਬ ਨੇ ਵੀ ਪੀਰ ਬੁੱਧੂ ਸ਼ਾਹ ਮੁਸਲਮਾਨ ਹੈ ਤੇ ਵਿਰੋਧੀਆਂ ਦੀ ਮਦਦ ਕਰਦਾ ਹੈ, ਉਸਮਾਨ ਖਾਨ ਜਰਨੈਲ ਨੂੰ ਕਹਿਆ ਵੀ ਉਸ ਨੂੰ ਸਜ਼ਾ ਦਿੱਤੀ ਜਾਵੇ। ਤੇ ਉਸਮਾਨ ਖਾਨ ਨੇ ਬਹੁਤ ਹੀ ਤਸੀਹੇ ਦੇ ਕੇ ਇੱਥੋਂ ਤੱਕ ਕਿ ਜਿਉਂਦੇ ਨੂੰ ਧਰਤੀ ਦੇ ਵਿੱਚ ਨੱਪ ਕੇ ਪੀਰ ਬੁੱਧੂ ਸ਼ਾਹ ਨੂੰ ਖਤਮ ਕੀਤਾ ਸੀ, ਸ਼ਹੀਦ ਕੀਤਾ ਸੀ। ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਕੇ ਤੋਰਿਆ ਹੋਇਆ ਵੀ ਸਢੌਰੇ ਦੇ ਵਿੱਚ ਉਸਮਾਨ ਖਾਨ ਰਹਿੰਦਾ ਹੈ, ਜਿਸ ਨੇ ਸਾਡੇ ਮਿੱਤਰ ਨੂੰ ਖਤਮ ਕੀਤਾ ਸੀ, ਉਹਨੂੰ ਮੌਤ ਦੇ ਘਾਟ ਉਤਾਰਨਾ। ਇੱਕ ਮੈਂ ਇਹ ਵੀ ਬੇਨਤੀ ਕਰ ਦਵਾਂ, ਜਦੋਂ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਗਿਆ ਨਾ, ਉਦੋਂ ਕੇਵਲ 5 ਤੀਰ, 5 ਗੁਰਸਿੱਖ, 1 ਨਗਾਰਾ, 1 ਕਮਾਨ ਤੇ ਕੁਝ ਤੀਰ ਹੀ ਭੇਟਾ ਨਹੀਂ ਕੀਤੇ। ਨਾਲ ਦੱਸਿਆ ਹੋਇਆ ਵੀ ਕਿਹੜੇ ਕਿਹੜੇ ਹਾਕਮਾਂ ਨੂੰ ਜਾ ਕੇ ਸਜ਼ਾਵਾਂ ਦੇਣੀ ਹੈ। ਹੁਣ ਬੰਦਾ ਸਿੰਘ ਬਹਾਦਰ ਨੇ ਜੋ ਕਿ ਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜਿਹੜੇ ਵੀ ਇਲਾਕੇ ਤੇ ਹਮਲਾ ਕੀਤਾ, ਜਿੱਤ ਪ੍ਰਾਪਤ ਕੀਤੀ ਹੈ, ਅੱਜ ਅਸੀਂ ਉਸ ਇਲਾਕੇ ਤੇ ਹਮਲਾ ਕਰਨਾ ਹੈ ਜਿਸ ਇਲਾਕੇ ਦੇ ਹਾਕਮ ਨੇ ਤੁਹਾਡੇ ਮਿੱਤਰ ਨੂੰ ਖਤਮ ਕੀਤਾ, ਤੇ ਸਾਡੇ ਤੇ ਕਿਰਪਾ ਕਰੀ ਜਿੱਤ ਪ੍ਰਾਪਤ ਹੋਵੇ। ਸੰਢੌਰੇ ਦੇ ਉੱਪਰ ਹਮਲਾ ਕੀਤਾ ਗਿਆ, ਸੰਢੌਰੇ ਦੇ ਚਾਰੇ ਪਾਸੇ ਤੋਂ ਘੇਰਾ ਪਾਇਆ ਗਿਆ। ਇੱਥੇ ਬਹੁਤ ਹੀ ਭਿਆਨਕ ਜੰਗ ਹੋਈ ਹੈ, ਲੇਕਿਨ ਉਸਮਾਨ ਖਾਨ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਨਹੀਂ ਕਰ ਸਕਿਆ। ਇਹਨੇ ਆਪਣੇ ਆਪ ਨੂੰ ਕਿਲੇ ਦੇ ਵਿੱਚ ਬੰਦ ਕਰ ਲਿਆ। ਕਿਲਾ ਸੀ ਬਹੁਤ ਮਜ਼ਬੂਤ। ਬੰਦਾ ਸਿੰਘ ਬਹਾਦਰ ਕਹਿੰਦਾ ਕਿਲੇ ਨੂੰ ਘੇਰਾ ਪਾ ਕੇ ਬੈਠਣਾ ਪੈਣਾ। ਬੈਠ ਜਾਵੋ, ਕਿੰਨਾ ਕੁ ਸਮਾਂ ਅੰਦਰ ਬੈਠਾ ਰਹੇਗਾ। ਹੁਣ ਜਦੋਂ ਚਾਰੇ ਪਾਸੇ ਤੋਂ ਹੀ ਘੇਰਾ ਪਾ ਲਿਆ
ਇਹ ਅੰਦਰ ਲੁਕ ਗਿਆ, ਬਾਕੀ ਦੀ ਫੌਜ ਦੌੜ ਗਈ। ਕਿਉਂਕਿ ਜਦੋਂ ਜਰਨੈਲ ਹੀ ਨਹੀਂ ਜੰਗ ਵਿੱਚ ਖੜ ਰਿਹਾ, ਬਾਕੀ ਦੀ ਫੌਜ ਦੇ ਹੌਸਲੇ ਟੁੱਟ ਗਏ, ਉਹ ਚਲੀ ਗਈ। ਇਸ ਦੇ ਕਿਲੇ ਨੂੰ ਘੇਰਾ ਪਾ ਕੇ ਬੰਦਾ ਸਿੰਘ ਬਹਾਦਰ ਬੈਠ ਗਿਆ। ਕਿਲਾ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ, ਜਾਂ ਤਾਂ ਤੋੜਨਾ ਪਵੇਗਾ ਜਾਂ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ। ਆਖਰ ਜਦੋਂ 5-7 ਦਿਨ ਬਤੀਤ ਹੋ ਗਏ, ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਵਿੱਚੋਂ ਕੋਈ ਬਹੁਤ ਸਿਆਣਾ ਬਜ਼ੁਰਗ ਸੀ, ਉਸ ਨੇ ਵਧੀਆ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਕੇ ਕਿਸੇ ਤਰੀਕੇ ਦੇ ਨਾਲ ਜੋ ਕਿਲੇ ਦਾ ਦਰਵਾਜ਼ਾ ਜਿਹੜਾ ਉਹ ਖੁਲਵਾ ਦਿੱਤਾ। ਤੇ ਜਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ। ਉਸਮਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਬੰਦਾ ਸਿੰਘ ਬਹਾਦਰ ਦੇ ਮਨ ਦੇ ਵਿੱਚ ਉਸਮਾਨ ਖਾਨ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਬਦਲੇ ਦੀ ਭਾਵਨਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਪੈਸ਼ਲ ਬੰਦਾ ਸਿੰਘ ਬਹਾਦਰ ਨੂੰ ਕਹਿਆ ਹੋਇਆ ਸੀ ਵੀ ਉਸ ਵਿਅਕਤੀ ਨੂੰ ਜ਼ਰੂਰ ਸਜ਼ਾ ਦੇਣੀ ਹੈ ਜੋ ਉਸਨੇ ਜ਼ਿੰਦਗੀ ਦੇ ਵਿੱਚ ਪਾਪ ਕਮਾਏ ਹੈ। ਇਸ ਤਰੀਕੇ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਸੰਢੌਰੇ ਤੇ ਵੀ ਜਿੱਤ ਪ੍ਰਾਪਤ ਕਰ ਲਈ ਹੈ, ਕਪੂਰੀ ਤੇ ਵੀ ਜਿੱਤ ਪ੍ਰਾਪਤ ਕੀਤੀ ਹੋਈ ਹੈ। ਸਾਰੇ ਇਲਾਕਿਆਂ ਦੇ ਉੱਪਰ ਤਕਰੀਬਨ ਬੰਦਾ ਸਿੰਘ ਬਹਾਦਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਦਾ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਜਿੱਤ ਨੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ ਸੀ। ਪਹਿਲਾ ਸਿੱਖ ਰਾਜ ਹੈ ਨਾ ਜਿਹੜਾ, ਤੇ ਪਹਿਲਾ ਸਿੱਖ ਬਾਦਸ਼ਾਹ ਉਹ ਬੰਦਾ ਸਿੰਘ ਬਹਾਦਰ ਹੈ। ਇਹ ਰਾਜ ਭਾਵੇਂ ਬਹੁਤ ਥੋੜ੍ਹਾ ਸਮਾਂ ਰਿਹਾ, 1708 ਤੋਂ ਲੈ ਕੇ 1716 ਤੱਕ, ਪਰ ਇੱਕ ਵਾਰੀ ਪੰਜਾਬ ਦੇ ਉੱਪਰ ਸਿੱਖਾਂ ਨੇ ਰਾਜ ਕੀਤਾ ਹੈ। ਉਸ ਤੋਂ ਬਾਅਦ ਦੂਸਰੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਹੈ ਜਿਹੜੇ ਉਹ ਰਾਜ ਪ੍ਰਾਪਤ ਕਰਨਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।